ਸਤਿ ਸ਼੍ਰੀ ਅਕਾਲ ਜੀ। ਮੈਂ ਡਾਕਟਰ ਜੋਤੀ ਸ਼ਰਮਾ ਤੁਹਾਡਾ ਆਪਣੀ ਪੰਜਾਬੀ ਫਾਊਂਡੇਸ਼ਨ ਅਕੈਡਮੀ ਚੈਨਲ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਕਰਦੀ ਹਾਂ। ਅੱਜ ਮੈਂ ਆਪਣੇ ਵਿਦਿਆਰਥੀਆਂ ਦੇ ਲਈ ਨੈਟ ਦੇ ਐਗਜ਼ਾਮ ਦੇ ਲਈ ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈ ਤੇ ਉਹਨਾਂ ਦੇ ਪੇਪਰਾਂ ਦੇ ਸਿਲੇਬਸ ਦੇ ਬਾਰੇ ਵਿਚਾਰ ਚਰਚਾ ਕਰਾਂਗੀ। ਨੈਟ ਜੋ ਕਿ ਨੈਸ਼ਨਲ ਐਲੀਜੀਬਿਲਟੀ ਟੈਸਟ ਹੈ, ਇਹ NTA ਏਜੰਸੀ ਦੁਆਰਾ ਲਿਆ ਜਾਂਦਾ ਹੈ। ਇਹ ਟੈਸਟ ਸਾਲ ਦੇ ਵਿੱਚ 2 ਵਾਰੀ ਲਿਆ ਜਾਂਦਾ ਹੈ, ਇੱਕ ਵਾਰ ਜੂਨ ਦੇ ਮਹੀਨੇ ਤੇ ਦੂਸਰੀ ਵਾਰੀ ਦਸੰਬਰ ਦੇ ਮਹੀਨੇ ਦੇ ਵਿੱਚ ਇਹ ਟੈਸਟ ਲਿਆ ਜਾਂਦਾ ਹੈ। ਇਸ ਟੈਸਟ ਦੇ ਵਿੱਚ ਐਲੀਜੀਬਲ ਹੋਣ ਦੇ ਲਈ ਜਨਰਲ ਕੈਟਾਗਰੀ ਨੂੰ 55% ਮਾਰਕਸ ਲੈਣੇ ਚਾਹੀਦੇ ਹਨ, ਜਦ ਕਿ ਦੂਸਰੀ ਕੈਟਾਗਰੀ ਦੇ ਲਈ 50% ਨੰਬਰ ਜ਼ਰੂਰੀ ਕੀਤੇ ਗਏ ਹਨ। ਇਸ ਟੈਸਟ ਨੂੰ 2 ਪੇਪਰਾਂ ਵਿੱਚ ਵੰਡਿਆ ਗਿਆ ਹੈ। ਪਹਿਲਾ ਪੇਪਰ ਜਿਸ ਵਿੱਚ 50 ਕੁਐਸਚਨ ਪੁੱਛੇ ਜਾਂਦੇ ਹਨ ਤੇ ਜੋ ਕਿ 100 ਨੰਬਰ ਦਾ ਹੁੰਦਾ ਹੈ, ਜਿਸ ਵਿੱਚ 100 ਕੁਐਸਚਨ ਪੁੱਛੇ ਜਾਂਦੇ ਹਨ, ਜਦ ਕਿ ਉਹ 200 ਨੰਬਰ ਦਾ ਪੇਪਰ ਹੈ। ਪਹਿਲਾ ਪੇਪਰ ਸਾਰੇ ਵਿਦਿਆਰਥੀਆਂ ਦੇ ਲਈ ਕਾਮਨ ਹੈ, ਬੇਸ਼ੱਕ ਉਹ ਹਿਸਟਰੀ ਦੀ MA ਕੀਤੀ ਹੋਵੇ ਵਿਦਿਆਰਥੀ ਨੇ, ਜਾਂ ਸੋਸ਼ੀਓਲੋਜੀ ਦੀ MA ਕੀਤੀ ਹੋਵੇ, ਇੰਗਲਿਸ਼ ਦੀ MA ਕੀਤੀ ਹੋਵੇ ਜਾਂ ਪੰਜਾਬੀ ਦੀ MA ਕੀਤੀ ਹੋਵੇ, ਸਾਰਿਆਂ ਦੇ ਲਈ ਪਹਿਲਾ ਪੇਪਰ ਇੱਕ ਸਮਾਨ ਹੁੰਦਾ ਹੈ, ਜਦ ਕਿ ਦੂਜਾ ਪੇਪਰ ਉਹਨਾਂ ਦੇ ਆਪਣੇ ਡੋਮੇਨ ਦਾ, ਆਪਣੇ ਫੀਲਡ ਦਾ ਹੁੰਦਾ ਹੈ। ਇੱਥੇ ਨਾਲ ਹੀ ਮੈਂ ਦੱਸਣਾ ਚਾਹਾਂਗੀ ਕਿ UGC ਨੈਟ ਦੇ ਲਈ ਕੋਈ ਵੀ ਏਜ ਲਿਮਟ ਨਹੀਂ ਹੁੰਦੀ। ਕਿਸੇ ਵੇਲੇ ਵੀ ਤੁਸੀਂ ਐਗਜ਼ਾਮ ਜੋ ਕਿ ਇਹਨੂੰ ਦੇ ਸਕਦੇ ਹੋ, ਭਾਵੇਂ ਕਿ ਤੁਸੀਂ 50 ਸਾਲਾਂ ਦੇ ਹੋ ਤਾਂ ਵੀ ਤੁਸੀਂ ਨੈਟ ਦਾ ਐਗਜ਼ਾਮ ਦੇ ਸਕਦੇ ਹੋ। ਦੂਸਰਾ ਹੈ JRF ਜੂਨੀਅਰ ਰਿਸਰਚ ਫੈਲੋਸ਼ਿਪ, ਜੋ ਕਿ ਜਿਸ ਦੀ ਏਜ ਲਿਮਟ 30 ਸਾਲ ਤੱਕ ਦੀ ਹੈ ਤੇ ਦੂਸਰੇ ਵਿਦਿਆਰਥੀਆਂ ਨੂੰ ਇਹਦੇ 35 ਸਾਲ ਤੱਕ ਦੀ ਏਜ ਲਿਮਟ ਦਿੱਤੀ ਜਾਂਦੀ ਹੈ। ਜੂਨੀਅਰ ਰਿਸਰਚ ਫੈਲੋਸ਼ਿਪ ਦੇ ਨਾਲ ਕਲੀਅਰ ਹੁੰਦਾ ਹੈ ਜਿਨ੍ਹਾਂ ਦਾ ਐਗਜ਼ਾਮ, ਉਹਨਾਂ ਨੂੰ ਸਰਕਾਰ ਦੇ ਵੱਲੋਂ ਫੈਲੋਸ਼ਿਪ ਦਿੱਤੀ ਜਾਂਦੀ ਹੈ, ਜਿਸ ਨਾਲ ਉਹ ਆਪਣੀ PhD ਦੀ ਪੜ੍ਹਾਈ ਨੂੰ ਅੱਗੇ ਜਾਰੀ ਕਰ ਸਕਦੇ ਹਨ ਤੇ ਇਹ ਫੈਲੋਸ਼ਿਪ 5 ਸਾਲ ਤੱਕ ਦਿੱਤੀ ਜਾਂਦੀ ਹੈ। ਹੁਣ ਅਸੀਂ ਗੱਲ ਕਰਦੇ ਹਾਂ ਪੇਪਰ 1। ਪੇਪਰ 1 ਜੋ ਕਿ 2 ਮਾਧਿਅਮਾਂ ਦੇ ਵਿੱਚ ਨਿਰਧਾਰਿਤ ਹੁੰਦਾ ਹੈ, ਅੰਗਰੇਜ਼ੀ ਮਾਧਿਅਮ ਤੇ ਹਿੰਦੀ ਮਾਧਿਅਮ। ਪੇਪਰ 1 ਨੂੰ 10 ਯੂਨਿਟਾਂ ਦੇ ਵਿੱਚ ਵੰਡਿਆ ਗਿਆ ਹੈ। ਇਸ ਦੇ ਪਹਿਲੇ ਯੂਨਿਟ ਦੇ ਵਿੱਚ ਟੀਚਿੰਗ ਐਪਟੀਟਿਊਡ ਦੇ ਬਾਰੇ ਦੱਸਿਆ ਜਾਂਦਾ ਹੈ। ਟੀਚਿੰਗ ਐਪਟੀਟਿਊਡ ਕੀ ਹੁੰਦਾ ਹੈ, ਟੀਚਿੰਗ ਵਾਸਤੇ ਸਪੋਰਟਸ ਦੇ ਸਿਸਟਮਸ ਕੀ ਹੈ, ਕਿਹੜੇ ਪਹਿਲੇ ਪੁਰਾਣੇ ਮੈਥਡ ਸੀ, ਅੱਜ ਕੱਲ ਦੇ ਨਵੇਂ ਮੈਥਡ ਕੀ ਨੇ, ICT ਬੇਸਡ ਹੈ, ਇਵੈਲੂਏਸ਼ਨ ਸਿਸਟਮ ਕਿਵੇਂ ਦਾ ਵਾ, ਉਸ ਦੇ ਟੀਚਿੰਗ ਦੇ ਕਿਹੜੇ ਖਾਸ ਤੌਰ ਤੇ ਤੱਤ ਨੇ, ਕਿਹੜੀਆਂ ਕਿਸਮਾਂ ਨੇ, ਕ੍ਰੈਡਿਟ ਬੇਸਡ ਕੀ ਹੁੰਦਾ ਹੈ, ਕੰਪਿਊਟਰ ਬੇਸਡ ਟੀਚਿੰਗ ਕਿਵੇਂ ਦੀ ਹੁੰਦੀ ਹੈ, ਉਸ ਨੂੰ ਆਧਾਰ ਬਣਾ ਕੇ ਪਹਿਲੇ ਯੂਨਿਟ ਤੋਂ ਸਵਾਲ ਪੁੱਛੇ ਜਾਂਦੇ ਨੇ। ਦੂਸਰਾ ਯੂਨਿਟ ਜੋ ਕਿ ਰਿਸਰਚ ਐਪਟੀਟਿਊਡ ਦੇ ਨਾਲ ਜੁੜਿਆ ਹੋਇਆ ਹੈ, ਇਸ ਦੇ ਵਿੱਚ ਰਿਸਰਚ ਕੀ ਹੁੰਦੀ ਹੈ, ਖੋਜ ਕੀ ਹੈ, ਇਹਦਾ ਮੀਨਿੰਗ ਕੀ ਹੈ, ਇਹਦੇ ਕਿਹੜੇ ਕਿਸਮਾਂ ਨੇ, ਉਸ ਦੇ ਕਿਹੜੇ ਵਿਧੀਆਂ, ਕਿੰਨੇ ਅਪਰੋਚਸ ਨੂੰ ਅਪਣਾਇਆ ਜਾਂਦਾ ਵਾ, ਉਹਦੇ ਕਿਹੜੇ ਰਿਸਰਚ ਦੇ ਮੈਥਡ ਨੇ, ਥੀਸਿਸ ਕਿਵੇਂ ਲਿਖਿਆ ਜਾਂਦਾ, ਆਰਟੀਕਲ ਕਿਵੇਂ ਲਿਖਿਆ ਜਾਂਦਾ, ਉਸ ਦੇ ਸੰਬੰਧ ਦੇ ਵਿੱਚ ਕੁਐਸਚਨ ਪੁੱਛੇ ਜਾਂਦੇ ਨੇ। ਯੂਨਿਟ ਤੀਸਰਾ ਜੋ ਕਿ ਇੱਕ ਕੰਪਰੀਹੈਂਸ਼ਨ ਟਾਈਪ ਹੁੰਦਾ ਹੈ, ਜਿਸ ਵਿੱਚ ਵਿਦਿਆਰਥੀਆਂ ਨੂੰ ਇੱਕ ਪੈਰਾ ਦਿੱਤਾ ਜਾਂਦਾ ਹੈ ਤੇ ਉਸ ਦੇ ਵਿੱਚੋਂ ਉਹਨਾਂ ਨੇ ਪ੍ਰਸ਼ਨਾਂ ਦੇ ਉੱਤਰ ਲੱਭਣੇ ਹੁੰਦੇ ਨੇ। ਚੌਥਾ ਯੂਨਿਟ ਹੈ ਕਮਿਊਨੀਕੇਸ਼ਨ ਦੇ ਨਾਲ ਸੰਬੰਧਿਤ ਹੁੰਦਾ ਹੈ। ਕਮਿਊਨੀਕੇਸ਼ਨ ਦਾ ਮੀਨਿੰਗ ਕੀ ਹੈ, ਉਹਨਾਂ ਦੇ ਕਿਹੜੇ ਟਾਈਪਸ ਨੇ, ਨੋਨ ਵਰਬਲ ਕਮਿਊਨੀਕੇਸ਼ਨ ਕੀ ਹੁੰਦੀ ਹੈ, ਵਰਬਲ ਕਮਿਊਨੀਕੇਸ਼ਨ ਕੀ ਹੁੰਦੀ ਹੈ ਤੇ ਇੱਕ ਇਫੈਕਟਿਵ ਕਮਿਊਨੀਕੇਸ਼ਨ ਨਾਲ ਹੀ ਕਿਹੜੇ ਰੁਕਾਵਟਾਂ ਨੇ, ਉਹਨਾਂ ਦੇ ਸੰਬੰਧ ਦੇ ਵਿੱਚ ਜਿਹੜੀ ਇਹਦੇ ਵਿੱਚ ਚਰਚਾ ਕੀਤੀ ਜਾਂਦੀ ਹੈ। ਯੂਨਿਟ 5ਵਾਂ ਜਿਸ ਦੇ ਵਿੱਚ ਜੋ ਕਿ ਮੈਥਮੈਟਿਕਲ ਰੀਜ਼ਨਿੰਗ ਦੇ ਨਾਲ ਸੰਬੰਧਿਤ ਹੁੰਦਾ ਹੈ ਤੇ ਇਸ ਦੇ ਨਾਲ ਹੀ ਯੂਨਿਟ 6ਵਾਂ ਜਿਸ ਦੇ ਵਿੱਚ ਲੌਜੀਕਲ ਰੀਜ਼ਨਿੰਗ ਦੇ ਬਾਰੇ ਪੁੱਛਿਆ ਜਾਂਦਾ ਹੈ, ਉਸ ਦੇ ਵਿੱਚ ਆਰਗੂਮੈਂਟਸ ਕੀਤੇ ਜਾਂਦੇ ਨੇ, ਫਾਰਮਸ, ਫਿਗਰਸ, ਮੂਡਸ, ਐਨਾਲੋਗ ਪਰਸੈਪਸ਼ਨ ਆਦਿ ਦੇ ਬਾਰੇ ਕੁਐਸਚਨ ਪੁੱਛੇ ਜਾਂਦੇ ਨੇ। ਯੂਨਿਟ 7ਵੇਂ ਦੇ ਵਿੱਚ ਡਾਟਾ ਇੰਟਰਪ੍ਰੀਟੇਸ਼ਨ ਤੇ ਉਹਦੇ ਕਿਹੜੇ ਸੋਰਸਿਸ ਨੇ, ਕਲਾਸੀਫਿਕੇਸ਼ਨ ਡਾਟਾ ਦੀ ਕਿਵੇਂ ਕੀਤੀ ਜਾਂਦੀ ਹੈ, ਕੁਆਂਟੀਟੇਟਿਵ ਬੇਸਡ ਡਾਟਾ ਤੇ ਕੁਆਲਿਟੇਟਿਵ ਬੇਸਡ ਡਾਟਾ ਕੀ ਹੁੰਦਾ ਹੈ, ਉਸ ਦੇ ਸੰਬੰਧ ਨੂੰ ਆਧਾਰ ਬਣਾ ਕੇ ਕੁਐਸਚਨ ਪੁੱਛੇ ਜਾਂਦੇ ਨੇ। ਪਾਈ ਚਾਰਟ, ਟੇਬਲ ਚਾਰਟ, ਬਾਰ ਚਾਰਟ ਦੇ ਨਾਲ ਕੁਐਸਚਨ ਜੁੜੇ ਹੁੰਦੇ ਨੇ। ਯੂਨਿਟ 8ਵੇਂ ਦੇ ਵਿੱਚ ਇਨਫੋਰਮੇਸ਼ਨ ਤੇ ਟੈਕਨੋਲੋਜੀ ਬੇਸਡ ਕੁਐਸਚਨ ਪੁੱਛੇ ਜਾਂਦੇ ਨੇ, ਭਾਵ ਕਿ ICT ਬੇਸਡ ਦੇ ਆਧਾਰਿਤ ਕੁਐਸਚਨ ਹੁੰਦੇ ਨੇ। ਇਹਨਾਂ ਦੇ ਵਿੱਚ ਜਰਨਲ ਐਬਰੀਵੇਸ਼ਨ ਪੁੱਛੇ ਜਾਂਦੇ ਨੇ, ਕਿਸੇ ਦੇ ਵੀ, ਜਿਸ ਤਰ੍ਹਾਂ ICT ਦੀ ਫੁੱਲ ਫਾਰਮ ਕੀ ਹੈ, ਇਨਫੋਰਮੇਸ਼ਨ ਕਮਿਊਨੀਕੇਸ਼ਨ ਟੈਕਨੋਲੋਜੀ, ਇਸੇ ਤਰੀਕੇ ਨਾਲ ਕਿਸੇ ਵੀ ਚੀਜ਼ ਦੀ ਫੁੱਲ ਫਾਰਮ ਦੇ ਬਾਰੇ ਦੇ ਵਿੱਚ ਕੁਐਸਚਨ ਪੁੱਛੇ ਜਾਂਦੇ ਨੇ। ਇੰਟਰਨੈਟ ਦੇ ਨਾਲ ਜੋੜੇ ਜਾਂਦੇ ਨੇ ਤੇ ਇਸ ਦੇ ਨਾਲ ਈਮੇਲ ਕਿਵੇਂ ਕਰਦੇ ਆ, ਇੰਟਰਨੈਟ ਦੀ ਥੋੜੀ ਬਹੁਤੀ ਜਾਣਕਾਰੀ ਕੀ ਹੁੰਦੀ ਆ, ਆਡੀਓ ਵੀਡੀਓ ਕਾਨਫਰੈਂਸਿੰਗ ਕਿਵੇਂ ਕਰਦੇ ਆ, ਗਵਰਨੈਂਸ, ਇਹਨਾਂ ਦੇ ਕੀ ਰੂਲ ਆ, ਉਹਨਾਂ ਦੇ ਬਾਰੇ ਕੁਐਸਚਨ ਪੁੱਛੇ ਜਾਂਦੇ ਨੇ। ਯੂਨਿਟ 9ਵੇਂ ਦੇ ਵਿੱਚ ਪੀਪਲ ਡਿਵੈਲਪਮੈਂਟ ਤੇ এনवायरमेंट ਨੂੰ ਲੈ ਕੇ ਕੁਐਸਚਨ ਪੁੱਛੇ ਜਾਂਦੇ ਨੇ। এনवायरमेंट ਕੀ ਹੈ, ਕਿਸ ਤਰੀਕੇ ਦੇ ਨਾਲ ਪ੍ਰਭਾਵਿਤ ਕਰਦਾ ਹੈ,
ਇੰਪੈਕਟ ਕਿਹੜੇ-ਕਿਹੜੇ ਉਹਦੇ ਤੇ এনवायरमेंट ਦੇ ਪ੍ਰਭਾਵ ਪੈਂਦੇ ਨੇ, ਉਹਨਾਂ ਦੀ ਹਿਊਮਨ ਹੈਲਥ ਤੇ ਕਿਹੜੇ ਪ੍ਰਭਾਵ ਪੈਂਦੇ ਨੇ, ਇਹ ਵਿੰਡ ਕੀ ਹੈ, ਸੋਇਲ ਕੀ ਹੈ, ਫੋਰੈਸਟ ਐਕਟ, ਇਹਨਾਂ ਦੇ ਸੰਬੰਧਾਂ ਨੂੰ ਐਕਟਾਂ ਨੂੰ ਆਧਾਰ ਬਣਾ ਕੇ ਕੁਐਸਚਨ ਪੁੱਛੇ ਜਾਂਦੇ ਨੇ। ਯੂਨਿਟ 10ਵੇਂ ਦੇ ਵਿੱਚ ਇੰਸਟੀਟਿਊਸ਼ਨ ਆਫ ਹਾਇਰ ਐਜੂਕੇਸ਼ਨ ਲਰਨਿੰਗ ਸਿਸਟਮ, ਜੋ ਕਿ ਸਾਡਾ ਇੱਕ ਪੁਰਾਣਾ ਐਜੂਕੇਸ਼ਨ ਸਿਸਟਮ ਹੈ, ਉਸ ਨੂੰ ਆਧਾਰ ਬਣਾ ਕੇ ਕੁਐਸਚਨ ਪੁੱਛੇ ਜਾਂਦੇ ਨੇ, ਤੇ ਇਹਦੇ ਨਾਲ ਦੀ ਨਾਲ ਜੋ ਕਿ ਅੱਜ ਕੱਲ੍ਹ ਜਿਹੜਾ ਐਜੂਕੇਸ਼ਨ ਸਿਸਟਮ ਚੱਲ ਰਿਹਾ ਉਸ ਨੂੰ ਆਧਾਰ ਬਣਾ ਕੇ ਕੁਐਸਚਨ ਪੁੱਛੇ ਜਾਂਦੇ ਨੇ। ਬੇਸਡ ਐਜੂਕੇਸ਼ਨ ਸਿਸਟਮ ਕੀ ਹੈ, ਸਕਿੱਲ ਬੇਸਡ ਐਜੂਕੇਸ਼ਨ ਸਿਸਟਮ ਕੀ ਹੈ, ਵੈਲਿਊ ਬੇਸਡ ਐਜੂਕੇਸ਼ਨ ਸਿਸਟਮ ਕੀ ਹੈ, ਕਿਹੜੀ ਪਾਲਿਸੀਆਂ ਚੱਲ ਰਹੀਆਂ ਨੇ, ਜਿਸ ਤਰ੍ਹਾਂ ਕਿ ਅੱਜ ਕੱਲ੍ਹ NEP ਨੈਸ਼ਨਲ ਐਜੂਕੇਸ਼ਨ ਪਾਲਿਸੀ ਹੈ, ਉਸ ਨੂੰ ਆਧਾਰ ਬਣਾ ਕੇ ਜੋ ਕੋਈ ਕੁਐਸਚਨ ਪੁੱਛੇ ਜਾਣਗੇ। ਇਹ ਪੇਪਰ 1 ਜੋ ਕਿ 10 ਯੂਨਿਟਾਂ ਦੇ ਵਿੱਚ ਵੰਡਿਆ ਹੋਇਆ ਹੈ, ਤੇ ਹਰ ਇੱਕ ਯੂਨਿਟ ਦੇ ਵਿੱਚ 5-5 ਕੁਐਸਚਨ ਉਹਨਾਂ ਦੇ ਪੁੱਛੇ ਜਾਣਗੇ, ਜਿਨ੍ਹਾਂ ਦੇ 2-2 ਨੰਬਰ ਹੋਣਗੇ। ਪੇਪਰ 1 ਦੀ ਇੰਨੀ ਜ਼ਿਆਦਾ ਖਾਸੀਅਤ ਹੈ ਕਿ ਜੇਕਰ ਪੇਪਰ 1 ਕਲੀਅਰ ਨਾ ਹੋਵੇ ਵਿਦਿਆਰਥੀਆਂ ਦਾ, ਤਾਂ ਉਸ ਦੇ ਦੂਸਰੇ ਪੇਪਰ ਵੀ ਚੈੱਕ ਨਹੀਂ ਕੀਤੇ ਜਾਂਦੇ। ਇਸ ਕਰਕੇ ਪੇਪਰ 1 ਨੂੰ ਕਲੀਅਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਦੂਜਾ ਪੇਪਰ ਜੋ ਕਿ ਪੰਜਾਬੀ ਦਾ ਹੈ, ਇਸ ਦੇ ਵੀ 10 ਯੂਨਿਟ ਹਨ। ਪਹਿਲੇ ਯੂਨਿਟ ਦੇ ਵਿੱਚ ਸਾਹਿਤ ਦੇ ਰੂਪ, ਸਾਹਿਤ ਸ਼ਾਸਤਰੀ ਪਰੰਪਰਾ, ਸਾਹਿਤ ਇਤਿਹਾਸਕਾਰੀ, ਸਾਹਿਤ ਦੀ ਪਰਿਭਾਸ਼ਾ, ਸਾਹਿਤ ਕੀ ਹੁੰਦਾ ਹੈ, ਸਾਹਿਤ ਦਾ ਸਰੂਪ ਕੀ ਹੈ, ਸਾਹਿਤ ਦਾ ਪ੍ਰਯੋਜਨ ਕੀ ਹੈ, ਸਾਹਿਤ ਦੇ ਤੱਤ ਕੀ ਹੈ, ਤੇ ਸਾਹਿਤ ਦੇ ਹੋਰ ਅਨੁਸ਼ਾਸਨਾਂ ਨਾਲ ਸੰਬੰਧ ਕੀ ਹੈ, ਸਾਹਿਤ ਦਾ ਭਾਸ਼ਾ ਨਾਲ ਸੰਬੰਧ ਕੀ ਹੈ, ਧਰਮ ਨਾਲ ਸੰਬੰਧ ਕੀ ਹੈ, ਰਾਜਨੀਤੀ ਨਾਲ ਸੰਬੰਧ ਕੀ ਹੈ, ਸਾਹਿਤ ਨੂੰ ਪ੍ਰਗਟਾਉਣ ਦੀਆਂ ਵਿਧੀਆਂ, ਪ੍ਰਗੀਤਕ ਵਿਧੀ, ਬਿਰਤਾਂਤਕ ਵਿਧੀ, ਸਾਹਿਤ ਦੇ ਰੂਪ, ਮੱਧਕਾਲੀ ਰੂਪ, ਆਧੁਨਿਕ ਰੂਪ, ਸ਼ਬਦ, ਸ਼ਲੋਕ, ਕਾਫੀ, ਬਾਰਾਮਾ, ਤੇ ਆਧੁਨਿਕ ਰੂਪਾਂ ਬਾਰੇ, ਗੀਤ ਕੀ ਹੁੰਦਾ ਹੈ, ਗਜ਼ਲ, ਨਜ਼ਮ, ਰੁਬਾਈ, ਨਿਬੰਧ, ਯੂਨਾਨੀ ਕਾਵਿ ਸ਼ਾਸਤਰ, ਸੁਕਰਾਤ, ਅਰਸਤੂ, ਭਾਰਤੀ ਕਾਵਿ ਸ਼ਾਸਤਰ, ਧੁਨੀ ਸਿਧਾਂਤ, ਰਸ ਸਿਧਾਂਤ, ਪੱਛਮੀ ਸਾਹਿਤ ਚਿੰਤਨ, ਪੰਜਾਬੀ ਸਾਹਿਤ ਚਿੰਤਕ ਨੂੰ ਆਧਾਰ ਬਣਾ ਕੇ ਪਹਿਲੇ ਯੂਨਿਟ ਦੇ ਵਿੱਚੋਂ ਪ੍ਰਸ਼ਨ ਪੁੱਛੇ ਜਾਣਗੇ। ਇਸ ਦੇ ਨਾਲ ਹੀ ਦੂਸਰਾ ਯੂਨਿਟ, ਜਿਸ ਦੇ ਵਿੱਚ ਪੰਜਾਬੀ ਸੂਫੀ ਕਾਵਤਾਰਾ, ਕਿ ਸੂਫੀ ਕਾਵਤਾਰਾ ਕੀ ਹੈ, ਸੂਫੀ ਕਾਵਤਾਰਾ ਕਿਸ ਤਰੀਕੇ ਨਾਲ ਆਰੰਭ ਹੋਇਆ, ਸੂਫੀ ਕਿੱਥੋਂ ਸ਼ਬਦ ਆਇਆ, ਤੇ ਗੁਰਮਤ ਕਾਵਤਾਰਾ ਕੀ ਹੈ, ਪੰਜਾਬੀ ਸੂਫੀ ਕਾਵਤਾਰਾ ਦਾ ਆਰੰਭ ਕਿਸ ਦੇ ਨਾਲ ਹੋਇਆ, ਤੇ ਅੱਗੋਂ ਵਿਕਾਸ ਕਿਸ ਤਰੀਕੇ ਨਾਲ ਕੀਤਾ, ਤੇ ਪੰਜਾਬੀ ਸੂਫੀ ਕਾਵਤਾਰਾ ਦੀਆਂ ਵਿਸ਼ੇਸ਼ਤਾਵਾਂ ਕੀ ਹਨ। ਤੇ ਇਸ ਦੇ ਨਾਲ ਹੀ ਪੰਜਾਬੀ ਸੂਫੀ ਕਾਵ ਦੇ ਅੰਤਰਗਤ ਆਉਣ ਵਾਲੇ ਸੂਫੀ ਕਵੀ ਬਾਬਾ ਫਰੀਦ, ਸ਼ਾਹ ਹੁਸੈਨ, ਬੁੱਲੇ ਸ਼ਾਹ, ਸੁਲਤਾਨ ਬਾਹੂ ਅਤੇ ਵਜੀਦ ਦੇ ਬਾਰੇ ਵੀ ਪ੍ਰਸ਼ਨ ਪੁੱਛੇ ਜਾਣਗੇ। ਇਸੇ ਯੂਨਿਟ ਦੇ ਵਿੱਚ ਗੁਰਮਤ ਕਾਵਤਾਰਾ ਕਿਸ ਤਰੀਕੇ ਨਾਲ ਆਰੰਭ ਹੁੰਦੀ ਹੈ, ਉਸ ਦਾ ਵਿਕਾਸ ਪੜਾਅ ਕੀ ਹੈ, ਉਸ ਦੀਆਂ ਵਿਸ਼ੇਸ਼ਤਾਵਾਂ ਕੀ ਨੇ, ਤੇ ਉਸ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਯੋਗਦਾਨ ਹੈ, ਉਸ ਦੀਆਂ ਵਿਸ਼ੇਸ਼ਤਾਵਾਂ, ਤੇ ਗੁਰਮਤ ਕਾਵ ਦੇ ਅੰਤਰਗਤ ਆਉਣ ਵਾਲੇ ਪ੍ਰਮੁੱਖ ਗੁਰੂ ਸਾਹਿਬਾਨ ਸ਼੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਤੇਗ ਬਹਾਦਰ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨ ਕਲਾ ਤੇ ਸਾਹਿਤਿਕ ਵਿਸ਼ੇਸ਼ਤਾਵਾਂ, ਤੇ ਇਸ ਦੇ ਨਾਲ ਹੀ ਇਸ ਦੇ ਅੰਤਰਗਤ ਆਉਣ ਵਾਲੇ ਗੁਰੂ ਸਾਹਿਬਾਨ ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਧਾਰ ਬਣਾ ਕੇ ਵੀ ਪ੍ਰਸ਼ਨ ਪੁੱਛੇ ਜਾਣਗੇ। ਇਸ ਦੇ ਨਾਲ ਹੀ ਉਸ ਸਮੇਂ ਦੇ ਦੌਰਾਨ ਕਿਹੜੇ ਭਗਤ ਕਵੀ ਹੋਏ ਸਨ, ਰਵਿਦਾਸ, ਨਾਮਦੇਵ, ਸੰਤ ਕਬੀਰ, ਤੇ ਉਸ ਸਮੇਂ ਦੇ ਦੌਰਾਨ ਰਚੀਆਂ ਗਈਆਂ ਵਾਰਾਂ, ਭਾਈ ਗੁਰਦਾਸ ਤੇ ਗੁਰਮਤ ਕਾਵਤਾਰਾ ਨੂੰ ਹੀ, ਇਹਨਾਂ ਸਾਰਿਆਂ ਨੂੰ ਆਧਾਰ ਬਣਾ ਕੇ ਹੀ ਪ੍ਰਸ਼ਨ ਪੁੱਛੇ ਜਾਣਗੇ। ਯੂਨਿਟ ਤੀਸਰਾ ਜੋ ਕਿ ਕਿੱਸਾ ਕਾਵ ਦੇ ਨਾਲ ਸੰਬੰਧਿਤ ਹੈ, ਇਸ ਦੇ ਵਿੱਚ ਕਿੱਸੇ ਕਾਵ ਦੇ ਨਾਲ ਬੀਰ ਕਾਵਤਾਰਾ ਜੋ ਕਿ ਚੱਲਦੀ ਸੀ, ਦੋਨਾਂ ਧਾਰਾਵਾਂ ਨੂੰ ਆਧਾਰ ਬਣਾ ਕੇ ਪ੍ਰਸ਼ਨ ਪੁੱਛੇ ਜਾਣਗੇ। ਜਿਸ ਤਰ੍ਹਾਂ ਪੰਜਾਬੀ ਕਿੱਸਾ ਕਾਵਤਾਰਾ ਦਾ ਆਰੰਭ ਕਿੱਥੋਂ ਹੋਇਆ, ਪਹਿਲਾ ਕਿੱਸਾਕਾਰ ਕਿਹੜਾ ਸੀ, ਇਸ ਦੇ ਕਿੱਸੇ ਕਾਵ ਦੀਆਂ ਵਿਸ਼ੇਸ਼ਤਾਵਾਂ ਕੀ ਨੇ, ਇਸ ਦਾ ਵਿਕਾਸ ਕਿਵੇਂ ਹੋਇਆ, ਤੇ ਪ੍ਰਮੁੱਖ ਕਿੱਸਾਕਾਰ ਦਮੋਦਰ ਨੇ ਸਭ ਤੋਂ ਪਹਿਲਾਂ ਕਿਹੜਾ ਕਿੱਸਾ ਲਿਖਿਆ, ਪੀਲੂ, ਵਾਰਿਸ ਸ਼ਾਹ, ਹਾਸ਼ਮ ਸ਼ਾਹ, ਤੇ ਇਸ ਦੇ ਨਾਲ ਹੀ ਬੀਰ ਕਾਵਤਾਰਾ ਤੇ ਜੰਗਨਾਮਾ ਨੂੰ ਵੀ ਆਧਾਰ ਬਣਾ ਕੇ ਪ੍ਰਸ਼ਨ ਪੁੱਛੇ ਜਾਣਗੇ ਕਿ ਬੀਰ ਕਾਵਤਾਰਾ ਕੀ ਹੈ, ਉਸ ਤੇ ਬੀਰ ਕਾਵਤਾਰਾ ਦੇ ਵਿੱਚ ਤੇ ਜੰਗਨਾਮੇ ਦੇ ਵਿੱਚ ਕੀ ਫਰਕ ਹੈ, ਵਾਰਕਾਵ ਗੁਰੂ ਗੋਬਿੰਦ ਸਿੰਘ ਜੀ ਤੇ ਸ਼ਾਹ ਮੁਹੰਮਦ ਨੂੰ ਆਧਾਰ ਬਣਾ ਕੇ ਇਸ ਯੂਨਿਟ ਦੇ ਵਿੱਚ ਪ੍ਰਸ਼ਨ ਪੁੱਛੇ ਜਾਣਗੇ। ਯੂਨਿਟ ਚੌਥਾ ਜੋ ਕਿ ਪੰਜਾਬੀ ਵਾਰਤਕ ਦੇ ਨਾਲ ਸੰਬੰਧਿਤ ਹੈ, ਇਸ ਦੇ ਵਿੱਚ ਮੱਧਕਾਲ ਦੇ ਸਮੇਂ ਦੇ ਵਿੱਚ ਰਚੀ ਗਈ ਵਾਰਤਕ, ਉਸ ਦਾ ਆਰੰਭ ਤੇ ਉਸ ਦੇ ਵਿਕਾਸ ਪੜਾਅ, ਉਸ ਦੀਆਂ ਵਿਸ਼ੇਸ਼ਤਾਵਾਂ, ਜਨਮ ਸਾਖੀ ਪਰੰਪਰਾ, ਜਨਮ ਸਾਖੀ ਕਿੱਥੋਂ ਆਂਦੀ ਹੈ, ਇਸ ਦੇ ਨਾਲ ਹੀ ਪਰਚੀਆਂ, ਜਨਮ ਸਾਖੀਆਂ ਦੇ ਨਾਲ ਇਸ ਦੇ ਰੂਪ, ਪਰਚੀਆਂ, ਰਹਿਤਨਾਮੇ, ਟੀਕੇ, ਹੁਕਮਨਾਮੇ, ਆਧੁਨਿਕ ਪੰਜਾਬੀ ਵਾਰਤਕ, ਇਹਨਾਂ ਦਾ ਆਰੰਭ ਕਿਸ ਤਰੀਕੇ ਨਾਲ ਹੋਇਆ, ਇਸ ਦਾ ਵਿਕਾਸ ਪੜਾਅ ਕੀ ਹੈ, ਤੇ ਇਸ ਦੀਆਂ ਕੀ ਵਿਸ਼ੇਸ਼ਤਾਵਾਂ ਨੇ, ਤੇ ਉਸ ਦੇ ਦੌਰਾਨ ਤੇ ਅੱਜ ਕੱਲ ਦੇ ਤੇ ਸਮਕਾਲੀ ਸਮੇਂ ਦੇ ਵਿੱਚ ਰਚੇ ਜਾਣ ਵਾਲੀ ਵਾਰਤਕ ਦੇ ਨਵੇਂ ਰੁਝਾਨ,
ਤੇ ਪ੍ਰਮੁੱਖ ਵਾਰਤਾਕਾਰ ਭਾਈ ਵੀਰ ਸਿੰਘ, ਪ੍ਰੋਫੈਸਰ ਪੂਰਨ ਸਿੰਘ, ਸਾਹਿਬ ਸਿੰਘ, ਤੇਜਸ ਸਿੰਘ, ਰਾਜ ਸਿੰਘ ਸਾਹਨੀ ਦੇ ਬਾਰੇ ਪ੍ਰਸ਼ਨ ਪੁੱਛੇ ਜਾਣਗੇ। ਯੂਨਿਟ 5ਵਾਂ ਜੋ ਕਿ ਆਧੁਨਿਕ ਪੰਜਾਬੀ ਕਵਿਤਾ ਦੇ ਨਾਲ ਸੰਬੰਧਿਤ ਹੈ। ਇਸ ਦੇ ਵਿੱਚ ਕਵਿਤਾ ਦਾ ਆਰੰਭ ਕਿਵੇਂ ਹੋਇਆ, ਕਵਿਤਾ ਦਾ ਵਿਕਾਸ ਪੜਾ ਕਿਵੇਂ ਹੈ, ਕਵਿਤਾ ਦੇ ਕਿਹੜੇ-ਕਿਹੜੇ ਪ੍ਰਵਿਰਤੀਆਂ ਚੱਲਦੀਆਂ ਨੇ, ਇਹਨਾਂ ਦੀ ਕੀ ਵਿਸ਼ੇਸ਼ਤਾਵਾਂ ਨੇ ਤੇ ਕਵਿਤਾ ਦੇ ਰੁਝਾਨ ਕਿ ਆਦਰਸ਼ਵਾਦੀ ਪੜਾਅ ਚੱਲ ਰਿਹਾ ਸੀ, ਆਦਰਸ਼ਵਾਦੀ ਪੜਾਅ ਦੇ ਨਾਲ ਜੁੜੇ ਹੋਏ ਕਵੀ ਕਿਹੜੇ ਸਨ, ਯਥਾਰਥਵਾਦੀ ਪੜਾਅ ਹੈ, ਪ੍ਰਗਤੀਵਾਦੀ ਪੜਾਅ ਹੈ, ਪ੍ਰਯੋਗਸ਼ੀਲ ਕਾਵਿਤਾ ਹੈ, ਜੁਝਾਰਵਾਦੀ ਕਾਵਿਤਾ ਹੈ ਤੇ ਇਹਦੇ ਨਾਲ ਜੁੜੇ ਹੋਏ ਕਿਹੜੇ-ਕਿਹੜੇ ਕਵੀ ਨੇ। ਸਮਕਾਲੀ ਪੰਜਾਬੀ ਕਵਿਤਾ ਦੇ ਵਿੱਚ ਕਿਹੜੇ ਨਵੇਂ ਝੁਕਾਅ ਆਏ ਨੇ, ਪ੍ਰਵਾਸ ਦੇ ਨਾਲ ਕਵਿਤਾ ਕਿਹੜੀ ਰਚੀ ਜਾ ਰਹੀ ਹੈ, ਦਲਿਤ ਨੂੰ ਉਦਾਹਰਨ ਬਣਾ ਕੇ ਕਿਹੜੀ ਕਵਿਤਾ ਰਚੀ ਜਾ ਰਹੀ ਹੈ, ਪਾਕਿਸਤਾਨੀ ਨੂੰ ਉਦਾਹਰਨ ਬਣਾ ਕੇ ਕਿਹੜੀ ਕਵਿਤਾ ਰਚੀ ਜਾ ਰਹੀ ਹੈ। ਇਸ ਦੇ ਨਾਲ ਹੀ ਆਧੁਨਿਕ ਸਮੇਂ ਦੇ ਵਿੱਚ ਰਚੇ ਜਾਣ ਵਾਲੇ ਪ੍ਰਮੁੱਖ ਕਵੀ ਭਾਈ ਵੀਰ ਸਿੰਘ, ਧਨੀ ਰਾਮ ਚਾਤ੍ਰਿਕ, ਪ੍ਰੋਫੈਸਰ ਪੂਰਨ ਸਿੰਘ, ਪ੍ਰੋਫੈਸਰ ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ, ਪਾਸ਼, ਸੁਰਜੀਤ ਪਾਤਰ ਆਦਿ ਸਾਰੇ ਕਵੀਆਂ ਨੂੰ ਆਧਾਰ ਬਣਾ ਕੇ ਪ੍ਰਸ਼ਨ ਪੁੱਛੇ ਜਾਣਗੇ ਕਿ ਭਾਈ ਵੀਰ ਸਿੰਘ ਦਾ ਜਨਮ ਕਿੱਥੇ ਹੋਇਆ ਤੇ ਭਾਈ ਵੀਰ ਸਿੰਘ ਦੇ ਕਿਸ ਕਾਵਿ ਸੰਗ੍ਰਹਿ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਅਵਾਰਡ ਮਿਲਿਆ ਸੀ। ਇਸ ਤਰੀਕੇ ਦੇ ਇਸ ਯੂਨਿਟ ਦੇ ਵਿੱਚੋਂ ਪ੍ਰਸ਼ਨ ਪੁੱਛੇ ਜਾਣ। ਇਸ ਤਰ੍ਹਾਂ ਯੂਨਿਟ 6ਵੇਂ ਦੇ ਵਿੱਚ ਜੋ ਕਿ ਆਧੁਨਿਕ ਪੰਜਾਬੀ ਗਲਪ ਨਾਲ ਸੰਬੰਧਿਤ ਹੈ, ਇਸ ਦੇ ਵਿੱਚ ਪੰਜਾਬੀ ਨਾਵਲ ਦਾ ਆਰੰਭ, ਵਿਕਾਸ, ਪੜਾਅ, ਵਿਸ਼ੇਸ਼ਤਾਵਾਂ, ਇਸ ਦੇ ਨਾਲ ਹੀ ਨਾਵਲ ਦੇ ਰੁਝਾਨ, ਆਦਰਸ਼ਵਾਦੀ ਨਾਵਲ ਕੀ ਹੈ, ਯਥਾਰਥਵਾਦੀ ਨਾਵਲ, ਪ੍ਰਗਤੀਵਾਦੀ ਨਾਵਲ, ਪ੍ਰਯੋਗਸ਼ੀਲ ਨਾਵਲ, ਜੁਝਾਰਵਾਦੀ, ਨਾਰੀ ਦ੍ਰਿਸ਼ਟੀ ਤੇ ਦਲਿਤ ਦ੍ਰਿਸ਼ਟੀ ਦੇ ਸੰਦਰਭ ਦੇ ਵਿੱਚ ਵਿਚਾਰਿਆ ਜਾਵੇਗਾ। ਇਸ ਦੇ ਨਾਲ ਹੀ ਪ੍ਰਵਾਸੀ ਪੰਜਾਬੀ ਨਾਵਲ ਦਾ ਸਰਵੇਖਣ, ਪਾਕਿਸਤਾਨੀ ਪੰਜਾਬੀ ਨਾਵਲ ਦੇ ਸਰਵੇਖਣ ਨੂੰ ਆਧਾਰ ਬਣਾ ਕੇ ਵੀ ਪ੍ਰਸ਼ਨ ਪੁੱਛੇ ਜਾਣਗੇ। ਇਸ ਯੂਨਿਟ ਦੇ ਵਿੱਚ ਹੀ ਕਹਾਣੀ ਦਾ ਆਰੰਭ ਕਿਸ ਤਰੀਕੇ ਨਾਲ ਹੋਇਆ, ਕਹਾਣੀ ਦਾ ਵਿਕਾਸ ਪੜਾ ਕੀ ਹੈ, ਕਹਾਣੀ ਦੀਆਂ ਕੀ ਵਿਸ਼ੇਸ਼ਤਾਵਾਂ ਨੇ ਤੇ ਕਹਾਣੀ ਦੇ ਅੰਤਰਗਤ ਕਿਹੜੀਆਂ ਪ੍ਰਵਿਰਤੀਆਂ ਚੱਲਦੀਆਂ ਸੀ, ਆਦਰਸ਼ਵਾਦੀ ਦੌਰ, ਯਥਾਰਥਵਾਦੀ, ਪ੍ਰਗਤੀਵਾਦੀ, ਪ੍ਰਯੋਗਸ਼ੀਲ ਤੇ ਜੁਝਾਰਵਾਦੀ, ਨਾਰੀ ਦ੍ਰਿਸ਼ਟੀ ਤੇ ਦਲਿਤ ਦ੍ਰਿਸ਼ਟੀ ਦੇ ਸੰਦਰਭ ਦੇ ਵਿੱਚ ਕਹਾਣੀ ਨੂੰ ਆਧਾਰ ਬਣਾ ਕੇ ਵੀ ਪ੍ਰਸ਼ਨ ਪੁੱਛੇ ਜਾਣਗੇ। ਇਸ ਦੇ ਵਿੱਚ ਪ੍ਰਮੁੱਖ ਜੋ ਨਾਵਲਕਾਰ ਹੈ, ਨਾਨਕ ਸਿੰਘ, ਜਸਵੰਤ ਸਿੰਘ ਕੰਵਲ, ਗੁਰਦਿਆਲ ਸਿੰਘ, ਦਲੀਪ ਕੌਰ ਟਿਵਾਣਾ, ਰਾਮ ਸਰੂਪ ਅਣਖੀ, ਮਨਮੋਹਨ ਬਾਵਾ ਦੇ ਨਾਵਲਾਂ ਨੂੰ ਵਿਚਾਰਿਆ ਜਾਵੇਗਾ ਤੇ ਨਾਲ ਹੀ ਪ੍ਰਮੁੱਖ ਪੰਜਾਬੀ ਕਹਾਣੀਕਾਰ ਸੁਜਾਨ ਸਿੰਘ, ਕਰਤਾਰ ਸਿੰਘ ਦੁੱਗਲ, ਸੰਤ ਸਿੰਘ ਸੇਖੋਂ, ਕੁਲਵੰਤ ਸਿੰਘ ਵਿਰਕ ਤੇ ਅਜੀਤ ਕੌਰ ਨੇ ਕਿਹੜੀਆਂ ਕਹਾਣੀਆਂ ਲਿਖੀਆਂ ਨੇ, ਉਹਨਾਂ ਦਾ ਕਹਾਣੀ ਦੇ ਵਿੱਚ ਕੀ ਯੋਗਦਾਨ ਹੈ, ਉਹਨਾਂ ਦੇ ਕਿਹੜੇ ਕਹਾਣੀ ਸੰਗ੍ਰਹਿ ਨੂੰ ਅਵਾਰਡ ਮਿਲਿਆ ਹੈ, ਇਸ ਸੰਬੰਧੀ ਪ੍ਰਸ਼ਨ ਪੁੱਛੇ ਜਾਣਗੇ। ਯੂਨਿਟ 7ਵਾਂ ਜੋ ਕਿ ਪੰਜਾਬੀ ਨਾਟਕ ਅਤੇ ਇਕਾਂਗੀ ਦੇ ਨਾਲ ਸੰਬੰਧਿਤ ਹੈ, ਇਸ ਦੇ ਵਿੱਚ ਨਾਟਕ ਦਾ ਆਰੰਭ ਕਿਸ ਤਰੀਕੇ ਨਾਲ ਹੋਇਆ, ਨਾਟਕ ਦੀਆਂ ਕੀ ਵਿਸ਼ੇਸ਼ਤਾਵਾਂ ਨੇ, ਨਾਟਕ ਦਾ ਵਿਕਾਸ ਪੜਾ ਕੀ ਹੈ ਤੇ ਇਸੇ ਤਰੀਕੇ ਨਾਲ ਪੰਜਾਬੀ ਇਕਾਂਗੀ ਦਾ ਆਰੰਭ ਕਿੱਥੋਂ ਹੋਇਆ, ਸਭ ਤੋਂ ਪਹਿਲਾਂ ਇਕਾਂਗੀਕਾਰ ਕਿਹੜਾ ਸੀ ਤੇ ਇਕਾਂਗੀ ਦੇ ਵਿੱਚ ਕਿਹੜੀਆਂ ਵਿਸ਼ੇਸ਼ਤਾਵਾਂ ਨੇ, ਉਹਨਾਂ ਦਾ ਵਿਕਾਸ ਪੜਾ ਤੇ ਉਸ ਸਮੇਂ ਦੇ ਦੌਰਾਨ ਹੀ ਨਾਟਕ ਤੇ ਇਕਾਂਗੀ ਦੇ ਵਿੱਚ ਉਭਰਨ ਵਾਲੇ ਰੁਝਾਵਾਂ ਦੇ ਸੰਬੰਧੀ ਪ੍ਰਸ਼ਨ ਪੁੱਛੇ ਜਾਣਗੇ ਅਤੇ ਪਾਕਿਸਤਾਨੀ ਪੰਜਾਬੀ ਇਕਾਂਗੀ, ਪ੍ਰਵਾਸੀ ਪੰਜਾਬੀ ਇਕਾਂਗੀ, ਪਾਕਿਸਤਾਨੀ ਪੰਜਾਬੀ ਨਾਟਕ, ਪ੍ਰਵਾਸੀ ਪੰਜਾਬੀ ਨਾਟਕ ਦੇ ਸੰਬੰਧ ਵਿੱਚ ਵੀ ਪ੍ਰਸ਼ਨ ਪੁੱਛੇ ਜਾਣਗੇ। ਇਸ ਦੇ ਨਾਲ ਹੀ ਨਾਟਕਕਾਰ ਤੇ ਇਕਾਂਗੀਕਾਰ ਈਸ਼ਵਰ ਚੰਦਰ ਨੰਦਾ, ਸੰਤ ਸਿੰਘ ਸੇਖੋਂ, ਹਰਚਰਨ ਸਿੰਘ, ਬਲਵੰਤ ਗਾਰਗੀ, ਸੁਰਜੀਤ ਸੇਠੀ, ਆਤਮਜੀਤ, ਸਵਰਾਜਬੀਰ ਆਦਿ ਨਾਟਕਕਾਰਾਂ ਤੇ ਉਹਨਾਂ ਦੇ ਕਿਹੜੇ ਨਾਟਕ ਰਚੇ, ਉਹਨਾਂ ਦੇ ਕਿਹੜੇ ਨਾਟਕ ਨੂੰ ਅਵਾਰਡ ਮਿਲਿਆ ਤੇ ਕਿਹੜੇ ਇਕਾਂਗੀਕਾਰ ਸੀ, ਉਹਨਾਂ ਦਾ ਸਭ ਤੋਂ ਪਹਿਲਾ ਇਕਾਂਗੀ ਕਿਹੜਾ ਸੀ, ਇਸ ਸੰਬੰਧੀ ਪ੍ਰਸ਼ਨ ਪੁੱਛੇ ਜਾਣਗੇ। ਪੰਜਾਬੀ ਰੰਗਮੰਚ ਦਾ ਆਰੰਭ ਕਿਸ ਤਰੀਕੇ ਨਾਲ ਹੋਇਆ, ਉਸ ਦਾ ਵਿਕਾਸ ਪੜਾ, ਉਸ ਦੀਆਂ ਵਿਸ਼ੇਸ਼ਤਾਵਾਂ ਸੰਬੰਧੀ ਪ੍ਰਸ਼ਨ ਵੀ ਪੁੱਛੇ ਜਾਣਗੇ। ਅਗਲਾ 8ਵਾਂ ਯੂਨਿਟ ਜੋ ਕਿ ਲੋਕਧਾਰਾ ਤੇ ਪੰਜਾਬੀ ਲੋਕਧਾਰਾ ਤੇ ਸੱਭਿਆਚਾਰ ਤੇ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਹੈ। ਇਸ ਦੇ ਵਿੱਚ ਲੋਕਧਾਰਾ ਦਾ ਆਰੰਭ ਕਿਸ ਤਰੀਕੇ ਨਾਲ ਹੋਇਆ, ਲੋਕਧਾਰਾ ਦੇ ਕਿਹੜੇ ਪ੍ਰਮੁੱਖ ਤੱਤ ਸਨ, ਕਿਹੜੀਆਂ ਵਿਸ਼ੇਸ਼ਤਾਵਾਂ ਸਨ ਤੇ ਪੰਜਾਬੀ ਲੋਕਧਾਰਾ ਦੀ ਕੀ ਵਿਸ਼ੇਸ਼ਤਾਵਾਂ ਨੇ, ਲੋਕਧਾਰਾ ਦੀ ਕਿਹੜੀਆਂ ਵਿਧੀਆਂ ਨੇ, ਉਸ ਦੇ ਨਾਲ ਹੀ ਲੋਕ ਕਥਾ, ਵਿਸ਼ਵਾਸ, ਅਖਾਣ, ਮੁਹਾਵਰੇ, ਰੀਤੀ ਰਿਵਾਜ, ਲੋਕ ਨਾਟਕ, ਲੋਕ ਧਰਮ, ਲੋਕ ਕਲਾਵਾਂ, ਲੋਕ ਨਾਚ ਸੰਬੰਧੀ ਪ੍ਰਸ਼ਨ ਪੁੱਛੇ ਜਾਣਗੇ। ਲੋਕਧਾਰਾ ਵਿਗਿਆਨ ਦੀ ਪਰਿਭਾਸ਼ਾ ਕੀ ਹੈ, ਪ੍ਰਕਿਰਤੀ ਕੀ ਹੈ, ਸਰੂਪ ਕੀ ਹੈ, ਤੱਤ ਕੀ ਹੈ, ਲੋਕ ਵਿਸ਼ਵਾਸ, ਲੋਕ ਧੰਦੇ, ਲੋਕ ਕਲਾਵਾਂ, ਲੋਕ ਗਹਿਣੇ, ਲੋਕ ਪਹਿਰਾਵੇ ਤੇ ਲੋਕ ਖੇਡਾਂ ਦੇ ਸੰਬੰਧ ਵਿੱਚ ਪ੍ਰਸ਼ਨ ਪੁੱਛੇ ਜਾਣਗੇ। ਇਸ ਦੇ ਨਾਲ ਹੀ ਇਸੇ ਯੂਨਿਟ ਦੇ ਵਿੱਚ ਸੱਭਿਆਚਾਰ ਕੀ ਹੁੰਦਾ ਹੈ, ਸੱਭਿਆਚਾਰ ਦੀ ਪਰਿਭਾਸ਼ਾ, ਸਰੂਪ, ਤੱਤ ਤੇ ਸੱਭਿਆਚਾਰ ਵਿਗਿਆਨ ਦੀ ਪਰਿਭਾਸ਼ਾ, ਵਿਕਾਸ ਪੜਾ, ਸਰੂਪ, ਤੱਤ, ਪੰਜਾਬ, ਪੰਜਾਬੀ ਤੇ ਪੰਜਾਬੀ ਸੱਭਿਆਚਾਰ ਦੇ ਸੰਬੰਧ ਵਿੱਚ ਵੀ ਸਵਾਲ ਪੁੱਛੇ ਜਾਣਗੇ। ਪੰਜਾਬੀ ਸੱਭਿਆਚਾਰ ਦੇ ਪਛਾਣ ਚਿੰਨ੍ਹ ਕਿਹੜੇ ਹਨ, ਕਿਹੜੇ ਸੱਭਿਆਚਾਰ ਵਿਗਿਆਨੀਆਂ ਨੇ ਯੋਗਦਾਨ ਪਾਇਆ, ਗੁਰਬਖਸ਼ ਸਿੰਘ ਫਰੈਂਕ, TR ਵਿਨੋਦ, ਜਸਵਿੰਦਰ ਸਿੰਘ ਦੇ ਸੰਬੰਧ ਦੇ ਵਿੱਚ ਸਵਾਲ ਪੁੱਛੇ ਜਾਣਗੇ। ਅਗਲਾ ਯੂਨਿਟ
ਭਾਸ਼ਾ, ਭਾਸ਼ਾ ਵਿਗਿਆਨ ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿਪੀ ਦੇ ਨਾਲ ਸੰਬੰਧਿਤ ਹੈ। ਇਸ ਦੇ ਵਿੱਚ ਭਾਸ਼ਾ ਦੀ ਪ੍ਰਕਿਰਤੀ ਕੀ ਹੈ, ਭਾਸ਼ਾ ਦਾ ਸਰੂਪ ਕੀ ਹੈ, ਪਰਿਭਾਸ਼ਾ ਕੀ ਹੈ, ਭਾਸ਼ਾ ਦੇ ਕਿਹੜੀਆਂ ਵਿਸ਼ੇਸ਼ਤਾਵਾਂ ਨੇ, ਭਾਸ਼ਾ ਤੇ ਲਿਪੀ ਦਾ ਕੀ ਅੰਤਰ ਸੰਬੰਧ ਹੈ, ਆਰੀਆ ਭਾਸ਼ਾਵਾਂ ਕਿਹੜੀਆਂ ਸੀ, ਉਪਭਾਸ਼ਾਵਾਂ ਕਿਹੜੀਆਂ ਚੱਲੀਆਂ ਆ ਰਹੀਆਂ ਨੇ, ਸਸਿਊਰ ਨੇ ਭਾਸ਼ਾਈ ਸੰਕਲਪ ਕਿਹੜਾ ਪੇਸ਼ ਕੀਤਾ ਹੈ, ਚਿੰਨ, ਚਿਹਨਤ, ਲੌਂਗ, ਪੈਰੋਲ, ਇਕਾਲਕ, ਬਹੁਕਾਲਕ ਆ ਸੰਬੰਧੀ ਚਰਚਾ ਕੀਤੀ ਜਾਵੇਗੀ। ਇਸ ਦੇ ਨਾਲ ਹੀ ਨੋਮ ਚਮਸਕੀ ਦੇ ਕਿਹੜੇ ਸਿਧਾਂਤ ਨੇ, ਗਹਿਨ ਸਿਧਾਂਤ, ਸਤਹੀ ਸਿਧਾਂਤ, ਇਸ ਸੰਬੰਧੀ ਵੀ ਸਵਾਲ ਪੁੱਛੇ ਜਾਣਗੇ। ਧੁਨੀ ਤੇ ਧੁਨੀ ਵਿਗਿਆਨ ਕੀ ਹੁੰਦਾ ਹੈ, ਧੁਨੀ ਦੀ ਪਰਿਭਾਸ਼ਾ, ਧੁਨੀ ਦੀ ਪ੍ਰਕਿਰਤੀ, ਵਾਕ ਤੇ ਵਾਕ ਦਾ ਵਰਗੀਕਰਨ, ਵਾਕ ਦੀ ਕਿਸ ਤਰੀਕੇ ਨਾਲ ਵਰਗੀਕਰਨ ਕੀਤਾ ਗਿਆ ਹੈ, ਸਧਾਰਨ, ਸੰਯੁਕਤ, ਮਿਸ਼ਰਤ ਵਾਕ ਕੀ ਹੈ, ਗੁਰਮੁਖੀ ਲਿਪੀ ਕੀ ਹੈ, ਗੁਰਮੁਖੀ ਲਿਪੀ ਦਾ ਆਰੰਭ ਕਿਸ ਤਰੀਕੇ ਨਾਲ ਹੋਇਆ, ਗੁਰਮੁਖੀ ਲਿਪੀ ਦਾ ਨਿਕਾਸ, ਵਿਕਾਸ, ਇਸ ਸੰਬੰਧੀ ਸਵਾਲ ਜੋ ਪੁੱਛੇ ਜਾਣਗੇ। ਇਸ ਸਿਲੇਬਸ ਦਾ ਆਖਰੀ 10ਵਾਂ ਯੂਨਿਟ ਹੈ ਫੁਟਕਲ, ਪ੍ਰਵਾਸ, ਅਨੁਵਾਦ ਤੇ ਖੋਜ ਵਿਗਿਆਨ। ਇਸ ਦੇ ਵਿੱਚ ਪ੍ਰਵਾਸ ਕੀ ਹੈ, ਪ੍ਰਵਾਸ ਦਾ ਅਰਥ ਕਿੱਥੋਂ ਬਣਿਆ ਹੈ, ਪ੍ਰਵਾਸ ਦੀ ਪਰਿਭਾਸ਼ਾ, ਸਰੂਪ, ਵਰਗੀਕਰਨ, ਉਸਦੇ ਤੱਤ, ਡਾਇਸਪੋਰਾ ਦਾ ਸਿਧਾਂਤ ਕੀ ਹੁੰਦਾ ਹੈ, ਤੇ ਅਨੁਵਾਦ, ਅਨੁਵਾਦ ਦੀ ਪਰਿਭਾਸ਼ਾ, ਸਰੂਪ, ਤੱਤ, ਦੋ ਭਾਸ਼ਾ, ਅਨੁਵਾਦ ਤੇ ਮੀਡੀਆ ਦਾ ਕੀ ਸੰਬੰਧ ਹੈ, ਇਸ ਸੰਬੰਧੀ ਸਵਾਲ ਪੁੱਛੇ ਜਾਣਗੇ। ਇਹਦੇ ਨਾਲ ਹੀ ਨਾਲ ਖੋਜ ਕੀ ਹੁੰਦੀ ਹੈ, ਖੋਜ ਦੀ ਪਰਿਭਾਸ਼ਾ, ਖੋਜ ਸਿਧਾਂਤ ਕਿੱਥੋਂ ਆਇਆ ਹੈ, ਖੋਜ ਦੇ ਸੰਬੰਧ ਵਿੱਚ ਕਿੰਨੀ ਕੁ ਖੋਜ ਹੋ ਚੁੱਕੀ ਹੈ, ਤੇ ਖੋਜ ਖੇਤਰੀ ਖੋਜ ਦੇ ਕੀ ਸੰਦ ਨੇ, ਖੇਤਰੀ ਖੋਜ ਕਰਨ ਲੱਗੇ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਿਆ ਜਾਂਦਾ ਹੈ, ਕਿਹੜੀਆਂ ਖੋਜ ਦੇ ਲਈ ਕਿਹੜੀਆਂ ਵਿਧੀਆਂ ਵਰਤੀਆਂ ਜਾਂਦੀਆਂ ਨੇ, ਇਸ ਸੰਬੰਧੀ ਸਵਾਲ ਪੁੱਛੇ ਜਾਣਗੇ। ਇਸ ਤਰ੍ਹਾਂ ਇਸ ਵੀਡੀਓ ਦੇ ਵਿੱਚ ਨੈਟ ਦੇ ਦੋਨਾਂ ਸਿਲੇਬਸਾਂ ਦੀ ਚਰਚਾ ਕੀਤੀ ਗਈ ਹੈ। ਇਸ ਤਰ੍ਹਾਂ ਅਗਲੀ ਵੀਡੀਓ ਦੇ ਵਿੱਚ ਮੈਂ ਜੋ ਨੈਟ ਦੀ ਤਿਆਰੀ ਦੇ ਲਈ ਮਲਟੀਪਲ ਪ੍ਰਸ਼ਨ ਉੱਤਰ ਲੈ ਕੇ ਆਵਾਂਗੀ। ਇਸ ਲਈ ਮੇਰੇ ਇਸ ਚੈਨਲ ਦੇ ਨਾਲ ਜੁੜੋ। ਜੇਕਰ ਤੁਹਾਨੂੰ ਮੇਰੀ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਇਸ ਨੂੰ ਲਾਈਕ ਕਰੋ ਤੇ ਦੂਜਿਆਂ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਉਹ ਵੀ ਇਸ ਵੀਡੀਓ ਤੋਂ ਫਾਇਦਾ ਉਠਾ ਸਕਣ। ਧੰਨਵਾਦ ਜੀ।